ਰਾਬਤਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ। ਗੱਲ ਕਰਾਂਗੇ ਉਸ ਮੁੱਦੇ ਦੀ ਜਿਸ ਮੁੱਦੇ ਬਾਰੇ ਕੌਮਾਂਤਰੀ ਪੱਧਰ ਤੇ ਚਰਚਾ ਹੈ ਤੇ ਖਾਸ ਕਰਕੇ ਪੰਜਾਬੀਆਂ ਵਿੱਚ ਹੋਰ ਵੀ ਚਰਚਾ ਜ਼ਿਆਦਾ ਹੈ, ਕਿਉਂਕਿ ਕੈਨੇਡਾ ਵਿੱਚ ਵਧੇਰੇ ਪੰਜਾਬੀ ਵਸੇ ਨੇ। ਕੈਨੇਡਾ ਤੋਂ ਇੱਥੇ ਆਉਣ ਵਾਸਤੇ ਜਿਹੜਾ ਵੀਜ਼ਾ ਭਾਰਤ ਸਰਕਾਰ ਵੱਲੋਂ ਜਾਰੀ ਕਰਨਾ ਹੁੰਦਾ ਹੈ, ਉਹਦੇ ਉੱਤੇ ਫਿਲਹਾਲ ਰੋਕ ਲੱਗੀ ਹੈ। ਭਾਵੇਂ ਕਿ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਰੋਕ ਹਟ ਜਾਵੇਗੀ, ਪਰ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਸ ਤੋਂ ਬਾਅਦ ਟਰੂਡੋ ਦਾ ਇੱਕ ਤਿੱਖਾ ਬਿਆਨ ਆਇਆ। ਉਸ ਬਿਆਨ ਤੋਂ ਬਾਅਦ ਹੋਰ ਬਹੁਤ ਸਾਰੀ ਡਿਮਾਂਡਸ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਵਿਦੇਸ਼ਾਂ ਵਿੱਚ ਜਿੰਨੇ ਵੀ ਸਿੱਖਾਂ ਦੇ ਕਤਲ ਹੋਏ ਨੇ ਉਹਨਾਂ ਕਤਲਾਂ ਦੀ ਜਾਂਚ ਕੀਤੀ ਜਾਵੇ। ਇਹ ਵੀ ਹੋ ਸਕਦਾ ਕਿ ਬਹੁਤੇ ਕਤਲ ਕਿਸੇ ਏਜੰਸੀ ਨੇ ਕਰਵਾਏ ਹੋਣ। ਵੱਡੇ ਸਵਾਲ ਨੇ ਸਾਡੀਆਂ ਏਜੰਸੀਆਂ ਤੇ। ਇਹ ਸਾਰੇ ਕਾਸਤੇ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਅਜੇ ਭਾਰਦਵਾਜ ਨਾਲ, ਜੋ ਕੌਮੀ ਤੇ ਕੌਮਾਂਤਰੀ ਮਾਮਲਿਆਂ ਤੇ ਤੇਜ਼-ਤਰਾਰ ਨਿਗਾਹ ਰੱਖਦੇ ਨੇ। ਭਾਰਦਵਾਜ ਜੀ, ਸਵਾਗਤ ਹੈ। ਕੀ ਕਹਿਣਾ ਚਾਹੋਗੇ ਕਿ ਆਪਾਂ ਜੋ ਹੋਇਆ ਸਾਰਿਆਂ ਨੂੰ ਪਤਾ, ਜੋ ਲੇਟੈਸਟ ਆ ਗਿਆ, ਕੈਨੇਡਾ ਨੇ ਫਿਰ ਕਹਿਤਾ ਕਿ ਆਡੀਓ ਕਲਿੱਪ ਸਾਡੇ ਕੋਲ ਹੈਗੇ ਪ੍ਰੂਫ ਵਜੋਂ ਨਿੱਜਰ ਦੇ ਕਤਲ ਨੂੰ ਲੈ ਕੇ, ਉਹ ਵੀ ਗੱਲ ਜੱਗ ਜ਼ਾਹਰ ਹੋ ਗਈ ਆ। ਨਾਲ ਹੁਣ ਇਹ ਸਵਾਲ ਖੜਾ ਹੋ ਜਾਂਦਾ ਕਿ ਵੀਜ਼ਾ ਰੋਕ ਕੇ ਪੰਜਾਬੀਆਂ ਦਾ, ਖਾਸ ਕਰਕੇ ਸਾਰੇ ਭਾਰਤੀਆਂ ਦਾ, ਇਹ ਇਕੱਲੇ ਪੰਜਾਬੀਆਂ ਤੇ ਨਹੀਂ, ਸਾਊਥ ਵਾਲੇ ਵੀ ਬਥੇਰੇ ਬੈਠੇ ਨੇ, ਹਰਿਆਣੇ ਵਾਲੇ ਵੀ ਬੈਠੇ ਨੇ, ਹਿਮਾਚਲ ਵਾਲੇ ਵੀ ਕੈਨੇਡਾ ਬੈਠੇ ਨੇ, ਵੀਜ਼ੇ ਤੇ ਰੋਕ ਲਗਾ ਕੇ ਇੱਦਾਂ ਲੱਗਦਾ ਕਿ ਜਿਹਦਾ ਨੁਕਸ ਨਹੀਂ ਉਹਨੂੰ ਸਜ਼ਾ ਦੇ ਦਿੱਤੀ ਹੈ। ਇਹਦੇ ਬਾਰੇ ਕੀ ਕਹਿਣਾ? देखो, मैं पहले तो तुहाडी इस गल नाल सहमत नहीं हैगा कि वीडियो क्लिप का कोई ऑडियो क्लिप का कोई एविडेंस आ गया। जे ऑडियो क्लिप का कोई एविडेंस आया हुंदा ते मैनूं लगदा ट्रूडो ने सब तो पहला अमेरिका नाल शेयर करना सी, आस्ट्रेलिया नाल शेयर करना सी, न्यूजीलैंड नाल शेयर करना सी, इंग्लैंड नाल शेयर करना सी, जिहड़ा ये पंजां दा ग्रुप हैगा एक। ओके। ते इन्हां ने हजे तक शेयर नहीं कीता किसी नाल, इन्हां ने सिर्फ क्लेम कीता है। कल जी खबर लवाई है कैनेडा ब्रॉडकास्टिंग कॉरपोरेशन के थ्रू, ਉਹਦੇ 'ਚ ਇਹ ਸਾਰੀ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਸਾਡੇ ਕੋਲ ਇਦਾਂ ਦਾ ਕੁਝ ਹੈ। ਜੇ ਕੁਝ ਹੈਗਾ ਤੇ ਤੁਸੀਂ ਸ਼ੇਅਰ ਕਰੋ। ਅਮਰੀਕਾ ਵੀ ਤੁਹਾਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ, ਤੁਹਾਡੇ ਕੋਲ ਹੈ ਕੀ, ਤੁਸੀਂ ਦੱਸੋ ਸਾਨੂੰ, ਅਸੀਂ ਤੁਹਾਡੇ ਨਾਲ ਖੜੇ ਹਾਂ। ਇੰਡੀਆ ਨੇ ਵੀ ਇੱਕ ਵਾਰੀ ਇਨਡਾਇਰੈਕਟਲੀ ਕਿਹਾ ਹੈਗਾ ਵੀ ਅਸੀਂ ਜੋ ਮਰਜ਼ੀ ਸਟੈਪ ਲਈਏ, ਭਾਵੇਂ ਅਸੀਂ ਵੀਜ਼ਾ ਰੋਕਤਾ, ਭਾਵੇਂ ਅਸੀਂ ਇਹ ਰੋਕਤਾ, ਲੇਕਿਨ ਅਸੀਂ ਤੁਹਾਡੀ ਇਨਵੈਸਟੀਗੇਸ਼ਨ ਨਾਲ ਜੁਆਇਨ ਕਰਨ ਨੂੰ ਤਿਆਰ ਹਾਂ, ਤੁਸੀਂ ਸਾਨੂੰ ਕੋਈ ਪ੍ਰਮਾਣ ਦਿਓ। ਇਸ ਗੱਲ ਨੂੰ ਵੀ ਹੋਏ 3 ਦਿਨ ਹੋ ਗਏ ਨੇ ਜਾਂ 2 ਦਿਨ ਹੋ ਗਏ ਨੇ, ਜੋ ਵੀ ਹੋਇਆ। ਅਜੇ ਤੱਕ ਉਹਨਾਂ ਨੇ ਜੇ ਵੀਡੀਓ ਆਡੀਓ ਕਲਿੱਪ ਹੈਗੀ ਹੈ ਉਹਨਾਂ ਕੋਲ, ਉਹ ਉਹਨਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਅਮਰੀਕਾ ਨਾਲ, ਉਹ ਉਹਨਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਬਾਕੀ ਕੰਟਰੀਜ਼ ਨਾਲ, ਉਹ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ੇਅਰ ਕਰਨੀ ਚਾਹੀਦੀ ਹੈ ਇੰਡੀਆ ਦੇ ਨਾਲ, ਤਾਂ ਕਿ ਇੰਡੀਆ ਨੇ ਜਿਹਨੇ ਕਲੇਮ ਕੀਤਾ ਕਿ ਟਰੂਡੋ ਦਾ ਜਿਹੜਾ ਇਹ ਐਲੀਗੇਸ਼ਨ ਹੈ ਇਹ ਐਬਸਰਡ ਹੈ, ਇਹਦਾ ਕੋਈ ਬੁਨਿਆਦ ਨਹੀਂ ਹੈਗਾ, ਇਹਦਾ ਕੋਈ ਪ੍ਰਮਾਣ ਨਹੀਂ ਹੈਗਾ। ਨਾਲੇ ਦੂਜੀ ਮੈਂ ਤੁਹਾਡੇ ਨਾਲ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਐਜ਼ ਏ ਪੱਤਰਕਾਰ ਕਿ ਜਦੋਂ ਵੀ ਕੋਈ ਮਰਡਰ ਹੁੰਦਾ ਹੈ, ਮਰਡਰ 'ਚ ਆਪਾਂ ਪਹਿਲਾਂ ਇਹ ਨਹੀਂ ਦੇਖਦੇ ਵੀ ਕਿਹਨੇ ਕਰਵਾਇਆ ਹੋ ਸਕਦਾ, ਅਸੀਂ ਪਹਿਲਾਂ ਇਹ ਸੋਚਦੇ ਹਾਂ ਕਿਹਨੇ ਕਰਵਾਇਆ ਹੋ ਸਕਦਾ। ਬਿਲਕੁਲ, ਸਭ ਤੋਂ ਪਹਿਲਾਂ। ਲੇਕਿਨ ਅਸੀਂ ਜਦੋਂ ਤੱਕ ਅੰਜਾਮ ਤੇ ਨਾ ਪਹੁੰਚੀਏ, ਅੱਜ ਸਾਰੇ ਮਰਡਰ ਨੂੰ, ਆਪਣਾ ਨਿੱਜਰ ਦੇ ਮਰਡਰ ਨੂੰ 3 ਮਹੀਨੇ ਹੋ ਗਏ ਨੇ। 3 ਮਹੀਨੇ 'ਚ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਬਈ ਬੰਦੇ ਕੌਣ ਸੀਗੇ, ਉਹਨਾਂ ਦੀ ਆਇਡੈਂਟੀਟੀ ਕੀ ਹੈ, ਉਹ ਕਿਹੜੇ ਮੋਟਰਸਾਈਕਲ 'ਤੇ ਆਏ ਸੀ, ਕਿਹੜੀ ਜੀਪ 'ਤੇ ਆਏ ਸੀ, ਕਿਹੜੀ ਕਾਰ 'ਤੇ ਆਏ ਸੀ, ਉਹ ਕਿਹੜੇ ਰਸਤਿਓਂ ਗਏ, ਉਹ ਕਿੱਥੇ ਗਏ। ਮਤਲਬ ਜਿਹੜੀ ਬੇਸਿਕ ਡਿਟੇਲਸ ਹੁੰਦੀਆਂ ਨੇ, ਸਾਡੇ ਵੀ ਇੰਡੀਆ 'ਚ ਆਪਾਂ ਦੇਖਦੇ ਹਾਂ ਜਦੋਂ ਮਰਡਰ ਹੁੰਦਾ ਤੇ ਪੁਲਿਸ ਸਿੰਪਲ ਇੱਕ ਕੰਮ ਕਰਦੀ ਹੈ, ਸਸਪੈਕਟ ਹੁੰਦੇ ਨੇ, ਸਸਪੈਕਟ ਜੋ ਵੀ ਹੁੰਦਾ ਉਹਦੇ 'ਤੇ ਫਿਰ ਕੰਮ ਕਰਦੇ ਨੇ, ਉਹਦੇ ਤੇ ਜਦੋਂ ਕੰਮ ਕਰਦੇ ਨੇ ਤੇ ਫਿਰ ਦੈਨ ਦੇ ਮਤਲਬ ਜ਼ੀਰੋ ਇਨ ਔਨ ਦ ਕਲਪ੍ਰਿਟ, ਪਰ ਆਇਡੈਂਟੀਫਾਈ ਕਰਦੇ ਨੇ। ਪਰ ਸਵਾਲ ਇਹ ਆ ਜਾਂਦਾ ਭਾਰਦਵਾਜ ਜੀ ਕਿ ਟਰੂਡੋ ਨੂੰ ਫਿਰ ਇਸ ਤਰ੍ਹਾਂ ਦਾ, ਕਿਉਂਕਿ ਉਹਦੀ ਮਜਬੂਰੀ ਤਾਂ ਟਰੂਡੋ ਦੀ ਸੀਗੀ, ਕਿਉਂਕਿ ਰੌਲਾ ਪੈ ਗਿਆ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ, ਜਦੋਂ ਵਿਰੋਧੀ ਧਿਰ ਕੋਈ ਸਵਾਲ ਖੜਾ ਕਰੇ ਉਹਦਾ ਜਵਾਬ ਦੇਣਾ ਪੈਂਦਾ। ਆਪਾਂ ਨੂੰ ਵੀ, ਉਹ ਤਾਂ ਆਪਾਂ ਵਿਧਾਨ ਸਭਾ ਕਵਰ ਕਰਦੇ ਰਹੇ ਹਾਂ, ਤੁਸੀਂ ਵੀ ਲੋਕ ਸਭਾ ਕਵਰ ਕੀਤੀ ਆ, ਫਿਰ ਜਦੋਂ ਜਵਾਬ ਦੇਵੇ ਕੋਈ PM, ਉਹਦੀ ਖਬਰ ਆਪਣੇ ਆਪ ਬਣ ਜਾਂਦੀ ਹੈ। ਇੱਧਰਲੇ ਸਾਡੇ ਵਾਲੇ ਇਹ ਕਹਿ ਰਹੇ ਨੇ ਕਿ PM to PM ਗੱਲ ਕਰ ਲੈਣੀ ਚਾਹੀਦੀ ਸੀ, ਮਾਮਲੇ ਨੂੰ ਟੂਲ ਨਹੀਂ ਸੀ ਦੇਣੀ ਚਾਹੀਦੀ। ਇਹਦੇ ਪਿੱਛੇ ਕਾਰਨ ਕੀ ਲੱਗਦਾ ਕਿ ਟਰੂਡੋ ਨੇ ਐਵੇਂ ਦਾ ਜਿਹੜਾ ਬਿਆਨ ਦਿੱਤਾ? ਇੱਕ ਕਾਰਨ ਇਹ ਹੈ, ਇਹਦਾ ਕੋਈ ਬਹੁਤ ਲੰਬਾ ਚੌੜਾ ਕਾਰਨ ਨਹੀਂ ਹੈਗਾ। ਟਰੂਡੋ ਦਾ ਜਿਹੜੇ ਸਾਡੇ ਸਿੱਖ ਸੈਪਰੇਟਿਸਟ ਨੇ, ਜਿਹੜੇ ਸਿੱਖ ਸਾਡੇ ਰੈਡੀਕਲਸ ਨੇ, ਜਿਨ੍ਹਾਂ ਨੂੰ ਅਸੀਂ ਰੈਡੀਕਲ ਸਮਝਦੇ ਹਾਂ, ਉਹ ਤੇ ਆਪਣੇ ਅਧਿਕਾਰਾਂ ਲਈ ਗੱਲ ਕਰ ਰਹੇ ਨੇ। ਉਹ ਤੇ ਕਹਿੰਦੇ ਨੇ ਵੀ ਅਸੀਂ ਆਪਣੀ ਗੱਲ ਕਰ ਰਹੇ ਹਾਂ ਤੇ ਸਾਡਾ ਰਾਈਟ ਟੂ ਐਕਸਪ੍ਰੈਸ਼ਨ ਹੈ, ਲੇਕਿਨ ਉਹ ਰਾਈਟ ਟੂ ਐਕਸਪ੍ਰੈਸ਼ਨ ਜਿਹੜਾ ਹੈਗਾ, ਜਿਹੜਾ ਸਾਨੂੰ ਇੱਥੇ ਡਿਸਟਰਬ ਕਰਦਾ, ਉੱਥੇ ਬੈਠ ਕੇ ਉਸ ਇੱਥੇ ਜਿੰਨੇ ਛੋਟੀ ਛੋਟੀ ਵਾਰਦਾਤਾਂ ਹੋਈਆਂ ਨੇ,
ਜਿੱਦਾਂ ਪੰਜਾਬ ਪੁਲਿਸ ਇੰਟੈਲੀਜੈਂਸ ਤੇ ਅਟੈਕ ਹੋਇਆ, ਉਹਦਾ ਵੀ ਲਿੰਕ ਉੱਥੇ ਜਾਂਦਾ ਕਿਤੇ ਨਾ ਕਿਤੇ ਵਾਇਆ ਪਾਕਿਸਤਾਨ। ਅੱਛਾ, ਉੱਥੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਦਾ ਪਾਕਿਸਤਾਨ ਨਾਲ ਲਿੰਕ ਹੈਗਾ ਕਿ ਨਹੀਂ ਹੈਗਾ, ਇਹ ਇੰਟੈਲੀਜੈਂਸ ਏਜੰਸੀਜ਼ ਕਲੇਮ ਕਰਦੀਆਂ ਨੇ। ਆਪਣੇ ਕੋਲ ਕੋਈ ਪ੍ਰਮਾਣ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ, ਇਸ ਕਰਕੇ ਆਪਾਂ ਇਸ ਦੇ ਕੋਈ ਕੌਨਫੀਡੈਂਸ ਨਾਲ ਗੱਲ ਨਹੀਂ ਕਰ ਸਕਦੇ, ਲੇਕਿਨ ਇੱਕ ਚਰਚਾ ਦਾ ਵਿਸ਼ੇ ਹੈਗਾ। ਤੇ ਜਦੋਂ ਇਹ ਸਾਰੀ ਚੀਜ਼ਾਂ ਇਹ ਚੱਲ ਰਹੀਆਂ ਨੇ, ਤੁਹਾਨੂੰ ਯਾਦ ਹੋਏਗਾ 2018 ਚ ਜਦੋਂ ਟਰੂਡੋ ਇੱਕ ਹਫ਼ਤੇ ਲਈ ਆਇਆ ਸੀਗਾ ਇੱਥੇ, ਤੇ ਉਦੋਂ ਆਪਣੇ ਨਾਲ ਇੱਕ ਟੀਮ ਲੈ ਕੇ ਆਇਆ ਸੀ। ਉਹ ਟੀਮ ਇੰਨੀ ਡਿਸਟਰਬਿੰਗ ਸੀ ਕਿ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਸੀ ਅਮਰਿੰਦਰ ਸਿੰਘ, ਉਹਨਾਂ ਨੇ ਉਹਨੂੰ ਰਿਸੀਵ ਹੀ ਨਹੀਂ ਕੀਤਾ ਜਦੋਂ ਅੰਮ੍ਰਿਤਸਰ ਉਹਨਾਂ ਦੀ ਲੈਂਡਿੰਗ ਹੋਈ। ਠੀਕ ਹੈ। ਤੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਿਲਿਆ 6ਵੇਂ ਦਿਨ। ਹੁਣ ਇਹ ਜਦੋਂ ਪ੍ਰਾਈਮ ਮਿਨਿਸਟਰ ਤੇ ਪਹਿਲੇ ਦਿਨ ਹੀ ਮਿਲਣਾ ਚਾਹੀਦਾ, ਪ੍ਰਾਈਮ ਮਿਨਿਸਟਰ ਤੋਂ ਪਹਿਲੇ ਦਿਨ ਨਹੀਂ ਮਿਲਿਆ, ਦੂਜੇ ਦਿਨ ਮਿਲਣਾ ਚਾਹੀਦਾ। ਤੇ ਕਿਤੇ ਨਾ ਕਿਤੇ ਟਰੂਡੋ ਦਾ ਜਿਹੜਾ ਕੰਮ ਹੈਗਾ, ਟਰੂਡੋ ਦਾ ਜਿਹੜਾ ਬਿਹੇਵੀਅਰ ਹੈਗਾ, ਉਹ ਪ੍ਰਾਈਮ ਮਿਨਿਸਟਰ ਵਾਲਾ ਨਹੀਂ ਲੱਗਦਾ। ਉਹ ਇੰਡੀਆ ਦਾ ਵਿਊ ਹੈ। ਇੰਡੀਆ ਦਾ ਵਿਊ ਠੀਕ ਹੈ ਕਿ ਗਲਤ ਹੈ, ਇਹ ਬਾਤ ਦੀ ਗੱਲ ਹੈ, ਲੇਕਿਨ ਇੰਡੀਆ ਦਾ ਇੱਕ ਸਾਫ਼ ਸਪਸ਼ਟ ਵਿਊ ਹੈ ਕਿ ਟਰੂਡੋ ਜਿਹੜੇ ਇੰਡੀਆ ਦੇ ਵੱਖਵਾਦੀ ਸਿੱਖ ਨੇ ਉਹਨਾਂ ਨੂੰ ਉਹ ਪੈਟਰਨਾਈਜ਼ ਕਰਦਾ, ਉਹਨਾਂ ਦੀ ਉਹ ਹੈਲਪ ਕਰਦਾ, ਉਹਨਾਂ ਨੂੰ ਉਹ ਪ੍ਰੋਟੈਕਟ ਕਰਦਾ। ਹੁਣ ਨਿੱਜਰ ਵੀ, ਫੋਰ ਐਗਜ਼ਾਮਪਲ, ਨਿੱਜਰ ਵੀ 2018 ਚ ਜਾਂ ਕਿਹੜੇ ਸੰਨ ਚ ਇੱਕ ਫੇਕ ਪਾਸਪੋਰਟ ਤੇ ਗਿਆ, ਉੱਥੇ ਜਾ ਕੇ ਉਹਦੀ ਤਾਂ 15 ਸਾਲ ਸੀ ਜਦੋਂ ਗਿਆ। ਵੈਸੇ ਨਿੱਜਰ ਬਾਰੇ ਉਹ ਕੋਈ ਫੇਕ ਪਾਸਪੋਰਟ ਹੋ ਗਿਆ ਹੋਣਾ, ਮੈਂ ਤਾਂ ਕਾਫੀ ਟਾਈਮ ਤੋਂ ਉੱਥੇ ਸੀਗਾ ਤੇ ਬਲਕਿ ਸਮਾਜ ਸੇਵਾ ਦੇ ਕੰਮ ਵੀ ਕਰਦਾ ਸੀ। ਮੈਂ ਜੋ ਅਖਬਾਰਾਂ ਚ ਪੜ੍ਹਿਆ ਮੈਨੂੰ ਤੇ ਉਹ ਪਤਾ ਹੈਗਾ। ਉਹ ਤਾਂ 15 ਸਾਲ ਦੀ ਉਮਰ ਦਾ ਸੀ, ਉਹਦੇ ਘਰ ਵੀ ਪੱਤਰਕਾਰਾਂ ਨੇ ਜਾ ਕੇ ਸਾਰੀ ਉਹਦੇ ਚਲੋ ਹੋ ਸਕਦਾ ਉਹ ਤੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਗੱਲ ਜੇ ਇਹ ਆ ਰਹੀ ਹੈ ਕਿ ਪਹਿਲਾਂ ਤੇ ਉਹ ਫੇਕ ਪਾਸਪੋਰਟ ਤੇ ਗਿਆ, ਫਿਰ ਜਦੋਂ ਉਹਦੀ ਐਂਟਰੀ ਤੇ ਉੱਥੇ ਸਵਾਲ ਹੋ ਗਏ। ਫੇਕ ਪਾਸਪੋਰਟ ਤੇ ਜਿਹੜਾ ਮਾਰਿਆ ਨਾ ਜੀ ਮੁੰਡਾ ਪਿੱਛੇ ਗੈਂਗਸਟਰ ਕੱਲ ਪਰਸੋਂ, ਉਹਦਾ ਮੁੱਦਾ ਹੈਗਾ। ਚਲੋ ਆਪਾਂ ਕਿਵੇਂ ਗਿਆ ਨਹੀਂ ਗਿਆ ਇਹਦੀ ਗੱਲ, ਇਹ ਵੀ ਇੱਕ ਵਿਅਕਤੀ ਦਾ ਕਤਲ ਹੋ ਗਿਆ। ਉਸ ਵਿਅਕਤੀ ਦੇ ਕਤਲ ਨੂੰ ਪਹਿਲੀ ਤੁਸੀਂ ਕਿਵੇਂ ਸਜ਼ਾ ਦੇ ਸਕਦੇ ਹੋ ਕਿ ਇਹ ਬੰਦਾ ਖਰਾਬ ਆ, ਖਾਲਸਾਨੀ ਜੀ ਆ, ਉਹਦੇ ਤੇ ਜੇ ਕੋਈ ਖਾਲਸਾਨੀ ਦੀ ਗੱਲ ਸੀ ਉਹ ਵੱਖਰਾ ਪਰਚਾ ਚਲਾਉਂਦੇ ਜਾਂ ਨਹੀਂ ਜਾਂ ਪਹਿਲਾਂ ਮੰਗ ਕਰਦੇ। ਖਾਲਿਸਤਾਨੀ ਦਾ ਕੋਈ ਪਰਚਾ ਨਹੀਂ ਹੋ ਸਕਦਾ ਉਹ, ਕਿਉਂਕਿ ਕੈਨੇਡਾ ਹੈ। ਭਾਰਤ ਨੇ ਪਹਿਲਾਂ 10 ਵਾਰ ਮੰਗ ਕੀਤੀ ਹੈ, ਭਾਰਤ ਨੇ 10 ਵਾਰ ਮੰਗ ਕੀਤੀ ਹੈ। ਭਾਰਤ ਨੇ ਉਹਦੇ ਖਿਲਾਫ ਬੜੇ ਐਵੀਡੈਂਸ ਭੇਜੇ ਨੇ। ਭਾਰਤ ਨੇ ਉਹਦੇ ਖਿਲਾਫ ਹੁਣ ਵੀ ਇੰਟਰਪੋਲ ਦੇ ਥਰੂ ਰੈੱਡ ਕਾਰਨਰ ਨੋਟਿਸ ਦਿੱਤਾ ਹੈ, ਤੇ ਕੈਨੇਡਾ ਨੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਤੇ ਸਿਰਫ ਇੱਕ ਕੰਮ ਕੀਤਾ ਸੀ ਕਿ ਨੋ ਫਲਾਈ ਇੱਕ ਉਹਨਾਂ ਦੀ ਕੈਟੇਗਰੀ ਹੈ ਵੀ ਤੁਸੀਂ ਕੰਟਰੀ ਤੋਂ ਬਾਹਰ ਨਹੀਂ ਜਾਣਾ, ਉਹ ਕੈਟੇਗਰੀ ਦੇਤੀ। ਜਦੋਂ ਸਾਰੀ ਇੱਕ ਇੰਟਰਪੋਲ ਤੁਹਾਨੂੰ ਐਵੀਡੈਂਸ ਦੇ ਰਹੀ ਹੈ, ਤੁਹਾਨੂੰ ਐਵੀਡੈਂਸ ਨਹੀਂ ਦੇ ਰਹੀ, ਤੁਹਾਨੂੰ ਕਲੇਮ ਕਰ ਰਹੀ ਹੈ ਤੁਸੀਂ ਉਹਦੇ ਕੰਮ ਕਰੋ ਜਾਂ ਨਾ ਕਰੋ, ਤੇ ਤੁਸੀਂ ਉਹਦੇ ਤੇ ਕੰਮ ਨਹੀਂ ਕਰ ਰਹੇ। ਪਰ ਇਹਦਾ ਆਪਾਂ ਜਿਹੜਾ ਮੁੱਦਾ ਡਿਸਕਸ ਕਰ ਰਹੇ ਹਾਂ ਉਹ ਹੈਗਾ ਮਰਡਰ ਦਾ, ਉਹ ਹੈਗਾ ਉਹਦੀ ਜ਼ਿੰਮੇਵਾਰੀ ਦਾ, ਉਹ ਹੈਗਾ ਕਿ ਉਹਦੇ ਕਰਕੇ ਸਾਡੇ ਡਿਪਲੋਮੈਟਿਕ ਰਿਲੇਸ਼ਨਸ ਕਿਉਂ ਖਰਾਬ ਹੋ ਗਏ। ਤੇ ਨਾਲ ਹੁਣ ਸੁਖਪਾਲ ਖਹਿਰਾ ਨੇ ਵੀ ਇਹੀ ਕਿਹਾ ਕਿ ਚਾਹੇ ਕੋਈ ਖਾਲਿਸਤਾਨੀ ਆ, ਚਾਹੇ ਕੋਈ ਕੱਟੜ ਹਿੰਦੂ ਆ, ਜਿਹੜੇ ਵੀ ਬੰਦੇ ਦਾ ਕੋਈ ਕਤਲ ਹੋ ਜਾਂਦਾ ਹੈ ਉਹਦੀ ਘੱਟੋ ਘੱਟ ਨਿਰਪੱਖ ਜਾਂਚ ਹੋਵੇ, ਮੁਲਜ਼ਮਾਂ ਦਾ ਸਜ਼ਾ ਹੋਣੀ ਚਾਹੀਦੀ। ਨਿਰਪੱਖ ਜਾਂਚ ਹਮੇਸ਼ਾ ਹੁੰਦੀ ਹੈ, ਜਿਸ ਕੰਟਰੀ 'ਚ ਹੁੰਦਾ ਉਹ ਨਿਰਪੱਖ ਜਾਂਚ ਕਰਦੇ ਨੇ। ਇਹ 'ਚ ਕੋਈ ਨਵਾਂ ਸਵਾਲ ਥੋੜੀ ਹੈਗਾ। ਤੁਹਾਨੂੰ ਕੀ ਲੱਗਦਾ ਕੈਨੇਡਾ ਕੋਸ਼ਿਸ਼ ਨਹੀਂ ਕਰ ਰਿਹਾ? ਆਪਣੇ ਇੰਡੀਆ ਨੇ, ਭਾਰਤ ਵਾਲਿਆਂ ਨੇ ਵੀਜ਼ੇ ਤੇ ਰੋਕ ਲਾ ਕੇ ਆਪਣੇ ਖੁਦ ਭਾਰਤੀਆਂ ਦਾ ਨੁਕਸਾਨ ਕੀਤਾ। ਇਹ ਡਿਪਲੋਮੈਟਿਕ ਵਾਰ ਹੁੰਦੀ ਹੈ, ਇਹਦੇ 'ਚ ਆਪਾਂ ਨੂੰ ਦੇਖੋ ਜਦੋਂ ਦੋ ਕੰਟਰੀ ਲੜਦੇ ਜਿਹੜੇ ਨੁਕਸਾਨ ਝੱਲਣਾ ਪੈਂਦਾ ਹੈ। ਹਾਂ, ਜਦੋਂ ਰਸ਼ੀਆ ਤੇ ਯੂਕਰੇਨ ਲੜ ਰਹੇ ਨੇ ਤੇ ਉਹ ਦੋਨਾਂ ਕੰਟਰੀ ਦਾ ਨੁਕਸਾਨ ਹੋ ਰਿਹਾ, ਉਧਰ ਰਸ਼ੀਅਨਸ ਦਾ ਵੀ ਹੋ ਰਿਹਾ, ਯੂਕਰੇਨ ਦਾ ਵੀ ਹੋ ਰਿਹਾ, ਸਾਡਿਆਂ ਵੀ ਹੋਇਆ। ਯੂਕਰੇਨ ਤੋਂ ਅਸੀਂ ਕਿੰਨੇ ਬੱਚੇ ਸਾਨੂੰ ਬੁਲਾਣੇ ਪਏ ਮੈਡੀਕਲ। ਪਰ ਇਹ ਸਾਰਾ ਜਿਹੜਾ ਚੱਕਰ ਹੁੰਦਾ ਨਾ, ਇਹ ਪਾਲਿਸੀਜ਼, ਕਲੈਸ਼ ਆਫ ਪਾਲਿਸੀਜ਼ ਕਰਕੇ ਹੁੰਦਾ ਹੈ। ਇਹਦੇ 'ਚ ਇਹ ਨਹੀਂ ਦੇਖਿਆ ਜਾਂਦਾ ਵੀ ਵਿਅਕਤੀਗਤ ਸੁੱਖ ਕਿੰਨਾ ਹੈ ਤੇ ਵਿਅਕਤੀਗਤ ਦੁੱਖ ਕਿੰਨਾ ਹੈ। ਸੋ ਮੇਰਾ ਮੋਟਾ ਜਿਹਾ ਕਹਿਣਾ ਇਹ ਹੈ ਵੀ ਕੈਨੇਡਾ 'ਚ ਮਰਡਰ ਜੇ ਇੰਡੀਆ ਨੇ ਕਰਾਇਆ ਤੇ ਗਲਤ ਕੀਤਾ, ਪਰ ਜੇ ਕਰਾਇਆ ਤੇ ਟਰੂਡੋ ਨੂੰ ਐਵੀਡੈਂਸ ਜਿਹੜਾ ਹੈਗਾ ਉਹ ਇੰਟਰਨੈਸ਼ਨਲੀ ਪਾਰਲੀਮੈਂਟ 'ਚ ਰੱਖਣਾ ਚਾਹੀਦਾ ਸੀ, ਇੰਟਰਨੈਸ਼ਨਲੀ ਸਾਨੂੰ ਦੱਸਣਾ ਚਾਹੀਦਾ ਸੀ। ਮੈਂ ਕ੍ਰਾਈਮ ਬੜਾ ਕਵਰ ਕੀਤਾ ਕਾਫੀ ਉਮਰ, ਜਦੋਂ ਮੇਰਾ ਕੈਰੀਅਰ ਸ਼ੁਰੂ ਹੋਇਆ ਸੀ ਸਾਨੂੰ ਪਤਾ ਹੁੰਦਾ ਸੀ। ਫਟਾਫਟ ਪੁਲਿਸ ਕਹਿੰਦੀ ਸੀ ਕਿ PB02 ਇਹ ਮੋਟਰਸਾਈਕਲ ਯੂਜ਼ ਹੋਈ ਹੈ, ਉਹ ਫਟਾਫਟ ਕਹਿੰਦੀ ਸੀ ਕਿ ਇਹ ਸਾਨੂੰ ਸਸਪੈਕਟਡ ਹੈ ਕਿ ਇਹ ਬੰਦੇ ਦਾ ਨਾਂ ਆ, ਇਹ ਬੰਦੇ ਦਾ ਨਾਂ ਆ। ਫਿਰ ਉਸ ਬੰਦੇ ਤੇ ਐਕਸ਼ਨ ਹੁੰਦਾ ਸੀ, ਫਿਰ ਉਹ ਬੰਦਾ ਫੜਿਆ ਜਾਂਦਾ ਸੀ ਕਿ ਨਹੀਂ ਫੜਿਆ ਜਾਂਦਾ ਸੀ। ਮਤਲਬ ਇੱਕ ਮਰਡਰ ਹੋਵੇ ਇੱਕ ਕੰਟਰੀ ਦੇ ਅੰਦਰ, ਉਹਦਾ ਮਰਡਰਰ ਨਾ ਫੜਿਆ ਜਾਵੇ। ਮੈਨੂੰ ਤੇ ਲੱਗਦਾ ਕੈਨੇਡਾ ਦੀ ਜਿਹੜੀ ਪੁਲਿਸ ਹੈ ਉਹ ਇੰਨੀ ਨਿਕੰਮੀ ਹੈ, ਇੰਨੀ ਜ਼ਿਆਦਾ ਮਤਲਬ ਇਨਐਫੀਸ਼ੀਐਂਟ ਹੈ, ਇੰਨੀ ਜ਼ਿਆਦਾ ਇਨਕੰਪੀਟੈਂਟ ਹੈ, ਇੰਨੀ ਜ਼ਿਆਦਾ ਅਨਪ੍ਰੋਫੈਸ਼ਨਲ ਹੈ ਕਿ ਇੱਕ ਮਰਡਰ ਜਿਹੜਾ ਹੋਇਆ ਉਹਦੇ ਲਈ ਡਿਪਲੋਮੈਟਿਕ ਵਾਰ ਹੋਣੀ ਨਹੀਂ ਚਾਹੀਦੀ। ਪਰ ਭਾਰਤਵਾਜ ਜੀ, ਪੰਜਾਬੀ ਲੋਕ ਕਹਿੰਦੇ ਨੇ ਕਿ ਸਾਨੂੰ ਕਾਹਦੀ ਸਜ਼ਾ, ਅਸੀਂ ਉੱਥੇ ਜਾਣਾ
ਸਾਡੇ ਰਿਸ਼ਤੇਦਾਰਾਂ ਨੇ ਇੱਥੇ ਆਉਣਾ। ਉਹ ਦੇਖੋ ਕਿ ਬੋਲੇ ਟਰੂਡੋ ਆ ਉਹ ਕੈਨੇਡਾ ਨੂੰ ਜਾਂ ਕੈਨੇਡਾ ਸਰਕਾਰ ਨੂੰ ਕੋਈ ਚਾਹੀਦਾ ਸੀ, ਇਹ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ। ਇਹ ਜ਼ਿਆਦਾ ਹੋ ਗਿਆ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਸਾਰੇ ਪੰਜਾਬੀਆਂ ਨਾਲ ਵੀ ਨਾਲ ਖੜਾ। ਮੈਨੂੰ ਲੱਗਦਾ ਕਿ ਉਹ ਮੇਰੇ ਬੱਚੇ ਨੇ ਜਿਹੜੇ ਬਾਹਰ ਜਾਂਦੇ ਨੇ, ਉੱਥੇ ਪੜ੍ਹਦੇ ਨੇ, ਜਿਹੜੇ ਉੱਥੋਂ ਇੱਥੇ ਆਉਂਦੇ ਨੇ, ਸਾਡੇ ਪਰਿਵਾਰਾਂ ਦੇ ਬੱਚੇ ਨੇ। ਲੇਕਿਨ ਇੱਕ ਇਹ ਅਨਫੋਰਚੂਨੇਟ ਫਾਲ ਆਊਟ ਹੁੰਦਾ ਹੈ ਜਦੋਂ ਵੀ ਦੇਰ ਇਜ਼ ਅ ਕਲੈਸ਼ ਆਫ ਕੰਟਰੀਜ਼। ਪਰ ਇੱਕ ਹੋਰ ਵਧੀਆ ਗੱਲ ਹੋਈ ਆ ਸਾਰੇ ਕਾਸੇ ਮਾਹੌਲ ਦੇ ਵਿੱਚ, ਗੁਰਪਤਵੰਤ ਪੰਨੂ ਬਾਰੇ ਕੈਨੇਡਾ ਸਰਕਾਰ ਨੇ ਕਹਿ ਦਿੱਤਾ ਕਿ ਜਿਹੜੇ ਇਹਦੇ ਬਿਆਨ ਨੇ ਕੱਟੜਤਾਵਾਦ ਨੇ, ਗਲਤ ਨੇ, ਕਿਉਂਕਿ ਉਹਨੇ ਪਿਛਲੇ ਦਿਨਾਂ ਦੇ ਵਿੱਚ ਟੀਵੀ ਤੇ ਵੀ ਚੱਲਿਆ। ਬਲਕਿ ਇੱਧਰਲੇ ਇੰਡੀਅਨ ਟੀਵੀ ਤੇ ਚਲਾਉਣਾ ਨਹੀਂ ਚਾਹੀਦਾ ਸੀ ਕਿ ਹਿੰਦੂ ਕੈਨੇਡਾ ਚੋਂ ਬਾਹਰ ਚਲੇ ਜਾਣ। ਉਸ ਗੱਲ ਨੂੰ ਲੈ ਕੇ ਸਵਾਲ ਪੰਨੂ ਤੇ ਵੀ ਖੜੇ ਹੋਏ ਨੇ। ਪਹਿਲਾਂ ਇਹ ਲੱਗਦਾ ਸੀ ਕਿ ਟਰੂਡੋ ਵੀ ਖਾਲਸਾਨੀ ਹੈ, ਜੇ ਉਹ ਏਦਾਂ ਪ੍ਰਚਾਰ ਹੋ ਗਿਆ ਸੀ। ਟਰੂਡੋ ਨੇ ਇੱਕ ਰੋਕ ਲਵਾਤੀ ਕਿ ਐਵੇਂ ਦੇ ਪ੍ਰਸਾਰ ਨਹੀਂ ਚੱਲੇਗਾ, ਅਸੀਂ ਕਾਨੂੰਨ ਦੀ ਰਾਖੀ ਕਰਾਂਗੇ, ਸਾਡੇ ਲਈ ਭਾਈਚਾਰਾ ਪਹਿਲਾਂ ਹੈ। ਉਹ ਇੱਕ ਚੰਗੀ ਸ਼ੁਰੂਆਤ ਵੀ ਹੋਈ ਆ, ਉਹਦਾ ਸਵਾਗਤ ਵੀ ਕਰਨਾ ਬਣਦਾ ਭਾਰਤ ਵੱਲੋਂ। ਨਹੀਂ ਕਰਨਾ ਚਾਹੀਦਾ। ਪਰ ਜਿਸ ਤਰ੍ਹਾਂ ਦਾ ਕਨਫਲਿਕਟ ਇਸ ਵੇਲੇ ਚੱਲ ਰਿਹਾ ਹੈ, ਉਹਦੇ ਵਿੱਚ ਜਿਹੜਾ ਸਵਾਗਤ ਵਾਲਾ ਪਕਸ਼ ਹੈ ਉਹ ਪਿੱਛੇ ਚਲਾ ਜਾਂਦਾ। ਔਰ ਦੂਸਰੀ ਗੱਲ ਇਹ ਹੈ ਕਿ ਪੰਨੂ ਜਿਹੜੇ ਨੇ ਉਹ ਅਮਰੀਕਨ ਸਿਟੀਜ਼ਨ ਨੇ, ਉਹ ਅਮਰੀਕਾ 'ਚ ਰਹਿੰਦੇ ਨੇ। ਉਹ ਸਟੇਟਮੈਂਟ ਦਿੱਤੀ ਸੀ ਕੈਨੇਡਾ ਜਾ ਕੇ। ਨਹੀਂ ਸਟੇਟਮੈਂਟ, ਉਹ ਕੰਮ ਕੈਨੇਡਾ 'ਚ ਕਰ ਰਹੇ ਨੇ ਜਾ ਕੇ। ਬਿਲਕੁਲ ਠੀਕ ਹੈ ਨਾ। ਤੇ 90% ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਪੰਨੂ ਕੈਨੇਡੀਅਨ ਸਿਟੀਜ਼ਨ ਹੈ ਕਿ ਅਮਰੀਕਨ ਸਿਟੀਜ਼ਨ ਹੈ। ਪੰਨੂ ਇਜ਼ ਐਨ ਅਮਰੀਕਨ ਸਿਟੀਜ਼ਨ ਹੂ ਗੋਜ਼ ਟੂ ਕੈਨੇਡਾ ਟੂ ਕੰਡਕਟ ਦ ਰੈਫਰੈਂਡਮ। ਗੱਲ ਭਵਿੱਖ 'ਚ ਇਹ ਵੀ ਹੋ ਸਕਦਾ ਕਿ ਪੰਨੂ ਐਵੇਂ ਦੀ ਸਟੇਟਮੈਂਟ ਕੈਨੇਡਾ ਕੇ ਨਾ ਦੇਵੇ। ਇੱਕ ਸਖਤੀ ਦਾ ਕੀਤੀ ਹੈ ਨਾ, ਚਲੋ ਨਹੀਂ ਫਿਰ ਕਾਰਵਾਈ ਕਰਾਂਗੇ। ਤੇ ਪਰ ਮੋਟਾ ਆਪਣਾ ਜਿਹੜਾ ਮੁੱਦਾ ਹੈਗਾ ਉਹ ਸਿਰਫ ਇਸ ਗੱਲ ਤੇ ਆਪਣਾ ਖੜਾ ਹੈ ਤੇ ਖੜਾ ਰਹਿਣਾ ਚਾਹੀਦਾ ਹੈ ਕਿ ਟਰੂਡੋ ਕੋਲ ਜੇ ਐਵੀਡੈਂਸ ਹੈਗਾ ਇਹ ਗੱਲ ਪ੍ਰੂਵ ਕਰਨ ਦਾ। ਕਿਉਂਕਿ ਇੱਕ ਨਵਾਂ ਨੈਰੇਟਿਵ ਸ਼ੁਰੂ ਹੋ ਗਿਆ, ਇਹ ਨਵੀਂ ਗੱਲ ਸ਼ੁਰੂ ਹੋ ਗਈ ਹੈ ਕਿ ਏਜੰਸੀਆਂ ਵੀ ਕਤਲ ਕਰਾਉਂਦੀਆਂ ਨੇ। ਜੇ ਏਜੰਸੀਆਂ ਕਤਲ ਕਰਾਉਂਦੀਆਂ ਨੇ ਤੇ ਇਹ ਟਰੂਡੋ ਦੇ ਸਿਰ ਤੇ ਬਹੁਤ ਵੱਡਾ ਭਾਰ ਪੈ ਗਿਆ ਹੈ। ਉਹਨੂੰ ਇਹ ਕ੍ਰੈਡੀਬਲ ਐਵੀਡੈਂਸ ਦੇਣਾ ਪਏਗਾ। ਉਹਨੂੰ ਸਿਰਫ ਇਹ ਸਸਪੈਕਟਡ ਐਵੀਡੈਂਸ ਨਾਲ ਗੱਲ ਨਹੀਂ ਚੱਲਣੀ, ਉਹਨੂੰ ਦੱਸਣਾ ਪਏਗਾ ਕਿ ਹਾਂ ਮੈਂ ਏਜੰਸੀ ਦਾ ਨਾਮ ਲਿਆ ਤੇ ਮੇਰੇ ਕੋਲ ਐਵੀਡੈਂਸ ਹੈਗਾ। ਉਹ ਐਵੀਡੈਂਸ 4 ਦਿਨ ਹੋ ਗਏ ਨੇ ਉਹਨੂੰ ਪਾਰਲੀਮੈਂਟ 'ਚ ਭਾਸ਼ਣ ਦਿੱਤੇ, ਅਜੇ ਤੱਕ ਬਾਹਰ ਨਹੀਂ ਆਇਆ। ਅੱਜ ਉਹ ਕੱਲ ਉਹਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੈਨੇਡਾ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਥਰੂ ਉਹਨੇ ਥੋੜਾ ਜਿਹਾ ਇੱਕ ਸੁਰਲੀ ਜੀ ਲਾਈ ਹੈ ਕਿ ਸਾਡੇ ਕੋਲ ਆਡੀਓ ਡਿਟੇਲਸ ਨੇ। ਆਡੀਓ ਏਜੰਸੀ ਵਾਲਿਆਂ ਨੇ ਕਿਹਾ ਕਿ ਏਜੰਸੀ ਵਾਲੇ ਬੰਦੇ ਕੋਈ ਗੱਲ ਉਹ ਬਾਹਰ ਆਣੀ ਚਾਹੀਦੀ, ਰਿਕਾਰਡਿੰਗ ਕੀਤੀ ਹੋਣੀ, ਵੈਸੇ ਨਹੀਂ ਕੀਤੀ ਹੋਣੀ ਚਾਹੀਦੀ। ਮੇਨ ਹੋ ਸਕਦਾ ਮੇਨ ਪ੍ਰੂਫ ਹੀ ਹੋਈ। ਮੈਨੂੰ ਕਿਸੇ ਚੀਜ਼ ਤੇ ਕੋਈ ਇਤਰਾਜ਼ ਨਹੀਂ, ਪਰ ਏਜੰਸੀਆਂ ਸਾਰੇ ਕੰਟਰੀ ਜਿੰਨਾ ਤੱਕ ਬੰਦੇ ਫੜ ਨਹੀਂ ਲੈਂਦੀਆਂ, ਏਜੰਸੀਆਂ ਉਸ ਰਿਕਾਰਡਿੰਗ ਨੂੰ ਬਾਹਰ ਵੀ ਨਹੀਂ ਕਰ ਸਕਦੀਆਂ ਨਾ। ਨਹੀਂ ਬੰਦੇ ਕਿਉਂ ਨਹੀਂ ਫੜੇ ਜਾ ਰਹੇ? ਤੁਹਾਡੇ ਕੰਟਰੀ ਦੇ ਬੰਦੇ ਨੇ। ਮੈਨੂੰ ਨਹੀਂ ਸਮਝ ਆਉਂਦੀ ਵੀ ਸਾਡੇ ਪੰਜਾਬ ਦੀ ਪੁਲਿਸ ਫੇਲ ਹੋ ਜਾਵੇ ਤੇ ਸਾਨੂੰ ਲੱਗਦਾ ਵੀ ਸਾਰਾ ਸਿਸਟਮ ਕੋਲੈਪਸ ਹੋ ਗਿਆ। ਕੈਨੇਡਾ ਵਰਗਾ ਜਿਹੜਾ ਕੰਟਰੀ ਹੈ ਜਿਹਦੇ ਚ ਬੜੀ ਇਨਵੈਸਟੀਗੇਸ਼ਨ ਨੇ, ਜਿਹਦੇ ਕੋਲ ਬੜੇ ਗੈਜਟਸ ਨੇ, ਜਿਹਦੇ ਕੋਲ ਬੜੇ ਇੰਸਟਰੂਮੈਂਟਸ ਨੇ, ਜਿਹਦੇ ਕੋਲ ਬੜੀ ਪ੍ਰੋਫੈਸ਼ਨਲ ਪੁਲਿਸ ਹੈ, ਜਿਨ੍ਹਾਂ ਦੇ ਹੈਲੀਕਾਪਟਰ ਘੁੰਮਦੇ ਨੇ ਉੱਪਰ, ਜਿਹੜੇ ਰੈੱਡ ਲਾਈਟ ਕ੍ਰਾਸ ਕਰ ਜਾਂਦੇ ਨੇ ਉਹਨਾਂ ਨੂੰ ਟਿਕਟ ਮਿਲਦੀ ਹੈ, ਜਿਹੜਾ ਪੈਦਲ ਨਹੀਂ ਚੱਲਦਾ ਉਹਨੂੰ ਮਤਲਬ ਇੰਨਾ ਰੂਲ ਆਫ ਲਾਅ ਚੱਲਦਾ ਹੈ। ਉਸ ਰੂਲ ਆਫ ਲਾਅ 'ਚ ਤੁਸੀਂ ਮਰਡਰ ਜਿਹੜਾ ਕਰ ਰਿਹਾ ਬੰਦਾ ਜਾਂ ਕਰ ਰਹੇ ਨੇ ਬੰਦੇ, ਉਹਨਾਂ ਨੂੰ ਆਇਡੈਂਟੀਫਾਈ ਨਾ ਕਰ ਸਕੋ 3 ਮਹੀਨੇ 'ਚ, ਤੇ ਫਿਰ ਉਹਦਾ ਡਿਪਲੋਮੈਟਿਕ ਜਿਹਾ ਇੱਕ ਇਸ਼ੂ ਕ੍ਰੀਏਟ ਕਰੋ। ਪਰ ਕੋਈ ਗੱਲ ਨਹੀਂ, ਉਹਨੇ ਇਸ਼ੂ ਕ੍ਰੀਏਟ ਕਰ ਲਿਆ। ਮੈਂ ਹੁਣ ਲੱਗਦਾ ਹੈ ਕਿ ਉਹ ਸਾਰਾ ਟਰੂਡੋ ਦਾ ਕੈਰੀਅਰ ਇਸ ਚੀਜ਼ ਤੇ ਬੇਸ ਕਰ ਰਿਹਾ ਕਿ ਉਹਨੂੰ ਐਵੀਡੈਂਸ ਦੇਣਾ ਚਾਹੀਦਾ ਹੈ। ਇਸ ਕਰਕੇ ਨਹੀਂ ਦੇਣਾ ਚਾਹੀਦਾ ਕਿ ਮੈਂ ਕਹਿ ਰਿਹਾ ਜਾਂ ਕੋਈ ਹੋਰ ਕਹਿ ਰਿਹਾ, ਇਸ ਕਰਕੇ ਦੇਣਾ ਚਾਹੀਦਾ ਕਿਉਂਕਿ ਉਹਦੀ ਆਪਣੀ ਕ੍ਰੈਡੀਬਿਲਿਟੀ ਅਮੰਗ ਦਾ ਇੰਟਾਇਰ ਗਰੁੱਪ ਆਫ ਕੰਟਰੀਜ਼ ਹੈ, ਉਹ ਦਾਅ ਤੇ ਲੱਗੀ ਹੈ। ਅਮਰੀਕਾ ਕਹਿੰਦਾ ਮੈਂ ਕੈਨੇਡਾ ਦੇ ਨਾਲ ਖੜਾ, ਠੀਕ ਹੈ ਨਾ। ਹਾਂ ਠੀਕ ਹੈ, ਚੰਗੀ ਗੱਲ ਹੈ, ਸਾਰਿਆਂ ਨੂੰ ਖੜੇ ਹੋਣਾ ਚਾਹੀਦਾ। ਇੰਡੀਆ ਨੇ ਵੀ ਆਫਰ ਕੀਤਾ ਕਿ ਅਸੀਂ ਵੀ ਹੈਲਪ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਸਾਨੂੰ ਕੋਈ ਦਿਓ ਤੇ ਸਹੀ ਕੁਝ। ਪਰ ਜਿਹੜੇ ਸਿੱਖ ਸੈਕਟਰੀ ਵਾਲੇ ਕੁਝ ਲੀਡਰ ਨੇ, ਕੁਝ ਵਕੀਲ ਨੇ, ਜਿਸ ਤਰ੍ਹਾਂ ਕੌਮੀ ਇਨਸਾਫ ਮੋਰਚਾ ਮਹੱਲੀ ਲੱਗਿਆ, ਉਹ ਕਹਿੰਦੇ ਟਰੂਡੋ ਨੇ ਮਨੁੱਖੀ ਜ਼ਿੰਦਗੀ ਦੀ ਇੱਕ ਕੀਮਤ ਸਮਝਿਆ ਵੀ ਵਾਕਈ ਵੈਲਿਊ ਆ, ਬੰਦੇ ਦੀ ਡੈਥ ਹੋਈ ਹੈ, ਆਪਣੇ ਇੱਕ ਨਾਗਰਿਕ ਦੇ ਪੱਖ 'ਚ ਖੜਿਆ ਬੰਦਾ, ਉਹਦੇ ਕਰਕੇ ਉਹ ਬੋਲਿਆ। ਕਹਿੰਦੇ ਟਰੂਡੋ ਨੇ ਕੋਈ ਮਾੜਾ ਨਹੀਂ ਕੀਤਾ, ਵੀ ਇੰਡੀਆ ਨੂੰ ਚਾਹੀਦਾ ਸੀ ਸਵਾਗਤ ਕਰਦੇ। ਨਾਗਰਿਕ ਪੱਖ ਦੀ ਗੱਲ ਇੰਡੀਆ ਨੂੰ ਚਾਹੀਦਾ ਸੀ ਨਾਗਰਿਕ ਪੱਖ ਦੀ ਗੱਲ ਹੈ, ਸਵਾਗਤ ਕਰਦੇ। ਨਾਗਰਿਕ ਪੱਖ ਦੀ ਗੱਲ ਇਹ ਹੈ ਵੀ ਇੱਕ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਪੰਜਾਬੀ ਸੀਗੇ ਆਪਣੇ ਸਰਦਾਰ ਸਾਹਿਬ, ਉਹ ਦੁਕਾਨ ਅੱਗੇ ਬੈਠੇ ਸੀ, ਆਪਣੀ ਦੁਕਾਨ ਮਤਲਬ ਮਾਲ ਅੱਗੇ, 3 ਮਹੀਨੇ ਜਾਂ 4 ਮਹੀਨੇ ਪੁਰਾਣੀ ਗੱਲ ਹੈ, ਕੈਨੇਡਾ ਦੀ ਗੱਲ। ਹਾਂ ਕੈਨੇਡਾ, ਉੱਥੇ ਮਰਡਰ ਕਰਕੇ ਬੰਦੇ ਚਲੇ ਜਾਂਦੇ ਨੇ। ਇੱਥੇ ਅਸੀਂ ਖਬਰਾਂ ਛਾਪੀਆਂ ਉਹਨਾਂ ਦੀਆਂ, ਠੀਕ ਹੈ, ਉਹਨਾਂ ਦਾ ਖਾਲਿਸਤਾਨ ਨਾਲ ਕੋਈ ਲਿੰਕ ਨਹੀਂ ਸੀਗਾ, ਲੇਕਿਨ ਉਹ ਪੰਜਾਬੀ ਸੀਗੇ। ਅਸੀਂ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਉਹਨੂੰ ਕੌਣ, ਮਤਲਬ ਦੁਕਾਨ ਅੱਗੇ, ਦੁਕਾਨ ਮੈਂ ਦੁਕਾਨ ਵਰਡ ਇਸ ਕਰਕੇ ਕਹਿ ਰਿਹਾ ਕਿਉਂਕਿ ਸਾਡੇ ਕੋਲ ਜਿਹੜਾ ਸ਼ਬਦ ਆਇਆ ਸੀਗਾ ਉਹ ਸ਼ਾਪ ਸੀਗਾ। ਹੁਣ ਸ਼ਾਪ ਕੈਨੇਡਾ 'ਚ ਹੁੰਦੀਆਂ ਨਹੀਂ ਹੋਣਗੀਆਂ, ਮਾਲਸ ਹੋਣਗੇ, ਤੇ ਉਹਦਾ ਹਜੇ ਤੱਕ ਨਹੀਂ ਪਤਾ ਲੱਗਿਆ। ਇੱਕ ਕੈਨੇਡਾ ਨਾਲ
ਮੋਟਾ ਵਪਾਰ ਵੀ ਚੱਲਦਾ ਅੱਛਾ ਪੈਸੇ ਹੁਣ ਦਾ। ਕੱਲ ਨਹੀਂ ਕਾਇ ਤੇ ਵੀ ਪੱਕ ਲੈ ਲਿਆ ਦੋ ਦਿਨ ਪਹਿਲਾਂ ਇੱਕ ਗੈਂਗਸਟਰ ਮਾਰਿਆ ਗਿਆ, ਆਹੋ ਠੀਕ ਹੈ। ਕੈਨੇਡਾ ਨੇ ਚਲੋ ਤਾਂ ਪੰਜਾਬੀ ਲੜਦੇ ਨਹੀਂ ਆਪਾਂ ਕਿਉਂ ਨਹੀਂ ਕੈਨੇਡਾ ਉਹਨਾਂ ਨੂੰ ਫੜਦਾ ਜਿਹੜਾ ਗੈਂਗਸਟਰ ਨੂੰ ਮਾਰ ਕੇ ਚਲਾ ਗਿਆ? ਕਿਉਂ ਕੈਨੇਡਾ ਇੰਨੀ ਕ੍ਰਾਈਮ ਫ੍ਰੀ ਸਟੇਟ ਬਣ ਗਈ ਹੈ, ਕ੍ਰਾਈਮ ਫ੍ਰੀ ਕੰਟਰੀ ਬਣ ਗਈ? ਕੈਨੇਡਾ ਦਾ ਕਹਿਣਗੇ ਪੰਜਾਬੀਆਂ ਨੇ ਆ ਕੇ ਗੰਦ ਪਾਤਾ। ਨਹੀਂ ਜੋ ਮਰਜ਼ੀ ਕੀਤਾ ਹੋਵੇ, ਲੇਕਿਨ ਤੁਸੀਂ ਪੰਜਾਬੀਆਂ ਨੂੰ ਫੜੋ, ਤੁਸੀਂ ਗੈਂਗਸਟਰਾਂ ਨੂੰ ਫੜੋ। ਹੁਣ ਪਰਸੋਂ ਮਰਿਆ ਨਾ ਇੱਕ, ਪਰਸੋਂ ਗੈਂਗਸਟਰ ਮਰਿਆ, ਉਹਦਾ ਮਰਡਰ ਕਿਉਂ ਨਹੀਂ ਫੜਿਆ ਗਿਆ ਹਜੇ ਤੱਕ? ਇਦਾਂ ਨਹੀਂ ਹੁੰਦਾ। ਦੇਖੋ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਇਮੋਸ਼ਨਲ ਹੋ ਜਾਂਦੇ ਹਾਂ ਕਿਉਂਕਿ ਆਪਾਂ ਪੰਜਾਬ ਦੇ ਬੰਦੇ ਆ, ਲੇਕਿਨ ਆਪਾਂ ਨੂੰ ਕ੍ਰਾਈਮ ਦੀ ਤਰ੍ਹਾਂ ਹੀ ਡੀਲ ਕਰਨਾ ਚਾਹੀਦਾ ਹੈ। ਉਹਦੇ ਵਿੱਚ ਕੋਈ ਹੋਰ ਨੈਰੇਟਿਵ ਬਿਲਡ ਕਰਨ ਦਾ ਮਤਲਬ ਹੈ ਕਿ ਕੱਲ ਨੂੰ ਗੈਂਗਸਟਰ ਕਹਿ ਦੇਣਗੇ ਵੀ ਇਹ ਜਿਹੜਾ ਬਿਸ਼ਨੋਈ ਨੇ ਮਰਵਾਇਆ ਸੀ ਜਾਂ ਦੂਜੇ ਗੈਂਗ ਨੇ ਮਰਵਾਇਆ ਸੀ, ਇਹ ਕੈਨੇਡਾ ਨੇ ਮਰਵਾਇਆ ਸੀ, ਤਾਂ ਹੀ ਨਹੀਂ ਮਰਡਰਰਸ ਫੜੇ ਜਾ ਰਹੇ। ਇਜ਼ ਇਟ ਅ ਲੌਜਿਕ? ਚਲੋ ਇਹ ਏਜੰਸੀਆਂ ਦਾ ਮੈਟਰ, ਪਰ ਇੱਕ ਮੈਟਰ ਜਿਹੜਾ ਪੰਜਾਬੀਆਂ ਨਾਲ ਸਿੱਧਾ ਮਤਲਬ ਜੁੜਿਆ ਹੋਇਆ ਕਿ ਪੈਸੇ ਦਾ ਆਦਾਨ ਪ੍ਰਦਾਨ ਬਹੁਤ ਜ਼ਿਆਦਾ ਹੁੰਦਾ। ਇਧਰੋਂ ਸਟੂਡੈਂਟ ਉਧਰ ਪੈਸਾ ਲੈ ਕੇ ਜਾਂਦੇ ਆ, ਉਧਰ ਜਿਹੜੇ ਕਮਾਈ ਕਰਦੇ ਕੁਛ ਇੱਧਰ ਵੀ ਪੈਸਾ ਲੈ ਕੇ ਆਉਂਦੇ। ਫਿਰ ਜੋ ਆਉਣ ਜਾਣ ਤੇ ਜਾਂ ਫਿਰ ਵਪਾਰ ਤੇ ਕਹਿੰਦੇ 17ਵੇਂ ਨੰਬਰ ਤੇ ਜਿਹੜਾ ਕੈਨੇਡਾ ਦਾ ਵਪਾਰ ਆ ਇੰਡੀਆ ਨਾਲ ਜੁੜਿਆ ਹੋਇਆ, ਹਾਂ ਉਹਦਾ ਕਾਫੀ ਲੌਂਗ ਰਨ ਉਹਦਾ ਨੁਕਸਾਨ ਹੀ ਆ। ਫਿਰ ਦੇਖੋ ਗੱਲ ਇਹ ਹੈ ਵੀ ਜਦੋਂ ਦੋ ਕੰਟਰੀਜ਼ ਇੰਨੇ ਸੰਘਣੇ ਤਰੀਕੇ ਨਾਲ ਜੁੜੇ ਹੋਣ, ਜਿੱਥੇ ਸਾਡੇ ਬੱਚੇ ਉਹਨਾਂ ਕੋਲ ਜਾਂਦੇ ਨੇ, ਸਾਡੇ ਬੱਚਿਆਂ ਨੂੰ ਉਹ ਪੜ੍ਹਾਉਂਦੇ ਨੇ, ਸਾਡੇ ਬੱਚੇ ਉੱਥੇ ਸੈਟਲ ਹੁੰਦੇ ਨੇ, ਸਾਡੇ ਬੱਚੇ ਉੱਥੋਂ ਹੋਰ ਕੁਝ ਕਈ ਗੱਲਾਂ ਸਿੱਖ ਕੇ ਇੰਟਰਨੈਸ਼ਨਲ ਫੋਰਾ 'ਚ ਜਾਂਦੇ ਨੇ, ਮਤਲਬ ਇਹ ਬੜਾ ਇੱਕ ਵਾਰਮ ਰਿਲੇਸ਼ਨ ਹੈਗਾ। ਸਾਡੇ ਕੰਟਰੀ ਆਸਟ੍ਰੇਲੀਆ ਵੀ ਜਾਂਦੇ ਨੇ ਬੱਚੇ, ਸਾਡੇ ਨਿਊਜ਼ੀਲੈਂਡ ਵੀ ਜਾਂਦੇ ਨੇ, ਇਹ ਸਾਰੇ ਕੰਟਰੀਜ਼ ਵੈਲਕਮ ਕਰਦੇ ਨੇ। ਭਾਰਦਵਾਜ ਇਹ ਵੀ ਵਿਸ਼ਲੇਸ਼ਣ ਕਰਨਾ ਕਰਦੇ ਨੇ। ਮੈਂ ਗੱਲ ਪੂਰੀ ਨਹੀਂ, ਉਹ ਕੰਪਲੀਟ ਹੋ ਗਈ ਤੁਹਾਡੀ ਗੱਲ। ਨਹੀਂ ਮੈਂ ਗਲਤ ਕਰ ਨਹੀਂ, ਇੱਕ ਹੋਰ ਵੱਡਾ ਇਦੋਂ ਇੰਪੋਰਟੈਂਟ ਸਵਾਲ ਮੇਰਾ ਇੱਕ ਪੁਆਇੰਟ ਮੇਰਾ ਗਲਤ ਕਰ ਉਹ ਇਹ ਸੁਣੋ ਤਾਂ ਗੱਲ। ਮੇਨ ਮੁੱਦਾ ਇਹ ਆ ਗਿਆ ਕਿ ਟਰੂਡੋ ਜਦੋਂ ਵੀ G20 ਚ ਆਇਆ ਇੱਥੇ 2 ਦਿਨ ਉਹਦਾ ਜਹਾਜ਼ ਵਗੈਰਾ ਖਰਾਬ ਸੀ ਰਿਹਾ। ਇਹ ਲੋਕ ਇਹ ਵੀ ਥੋੜਾ ਅਸੈਸ ਕਰਦੇ ਆ, ਸੋਚਦੇ ਆ ਵੀ ਕਿਤੇ ਉਸ ਗੱਲ ਕਰਕੇ ਤਾਂ ਨਹੀਂ ਵੀ ਚੰਗਾ ਬਿਹੇਵ ਨਾ ਕੀਤਾ ਹੋਵੇ ਟਰੂਡੋ ਨੇ, ਜਾ ਕੇ ਇੰਡੀਆ ਨੂੰ ਬਦਨਾਮ ਕਰਤਾ। ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਇਹਦੇ ਨਾਲ ਬੰਦੇ ਦਾ ਕੱਦ ਡਿਫਾਈਨ ਹੁੰਦਾ, ਠੀਕ ਹੈ। ਹਾਂ, ਇਹਦੇ ਨਾਲ ਇੰਡੀਆ ਨੂੰ ਕੋਈ ਫਰਕ ਨਹੀਂ ਪੈਂਦਾ, ਅਮਰੀਕਾ ਨੂੰ ਕੋਈ ਫਰਕ ਨਹੀਂ ਪੈਂਦਾ, ਨਿਊਜ਼ੀਲੈਂਡ ਨੂੰ ਕੋਈ ਫਰਕ ਨਹੀਂ ਪੈਂਦਾ। ਦੋ ਦਿਨ ਬੈਠੇ ਰਹੇ ਉੱਥੇ ਉਹਨਾਂ ਨੂੰ ਆਫਰ ਕੀਤਾ ਗਿਆ ਕਿ ਤੁਹਾਨੂੰ ਪ੍ਰੈਜ਼ੀਡੈਂਟ ਸੂਟ ਦਿੰਨੇ ਆ। ਓਕੇ, ਪ੍ਰੈਜ਼ੀਡੈਂਟ ਸੂਟ ਮਤਲਬ ਪ੍ਰੈਜ਼ੀਡੈਂਟ ਦੇ ਹਾਊਸ ਤੁਹਾਨੂੰ ਕਮਰਾ ਦਿੰਨੇ ਆ ਜਿਹੜਾ ਬੁਲੇਟ ਪ੍ਰੂਫ ਹੋਏਗਾ, ਇਹ ਹੋਏਗਾ, ਉਹ ਹੋਏਗਾ। ਉਹਨਾਂ ਨੇ ਮਨਾ ਕਰਤਾ। ਫਿਰ ਉਹਨਾਂ ਨੂੰ ਜਹਾਜ਼ ਆਫਰ ਕੀਤਾ ਗਿਆ, ਉਹਨਾਂ ਨੇ ਮਨਾ ਕਰਤਾ। ਹੁਣ ਉਹਨਾਂ ਦਾ ਆਪਣਾ ਕੱਦ ਵੀ ਇਹਨਾਂ ਸਾਰੀ ਹਰਕਤਾਂ ਦੇ ਨਾਲ ਡਿਫਾਈਨ ਹੋ ਰਿਹਾ ਹੈ। ਇਸ ਕਰਕੇ ਨਹੀਂ ਹੋ ਰਿਹਾ ਕਿ ਇਹ ਹੋ ਰਿਹਾ, ਇਹ ਮਤਲਬ ਇਹ ਡਿਫਾਈਨ ਉਹ ਆਪਣੇ ਆਪ ਨੂੰ ਖੁਦ ਹੀ ਕਰ ਰਹੇ ਨੇ ਆਪਣੇ ਕਰਮਾਂ ਨਾਲ, ਆਪਣੇ ਗਤੀਵਿਧੀਆਂ ਨਾਲ। ਹੁਣ ਪਿਛਲੇ ਜਦੋਂ ਆਏ ਸੀ ਅਮਰਿੰਦਰ ਦੇ ਟਾਈਮ ਪੰਜਾਬ ਦੇ ਅੰਦਰ ਆਏ ਸੀ, ਤੇ ਅਮਰਿੰਦਰ ਦਾ ਅੱਜ ਬੜਾ ਵੱਡਾ ਆਰਟੀਕਲ ਲੱਗਿਆ ਹੋਇਆ ਇੱਕ ਅਖਬਾਰ 'ਚ ਵੀ ਉਹਦਾ ਬਿਹੇਵੀਅਰ ਇਦਾਂ ਸੀਗਾ, ਉਹ ਇਸ ਤਰ੍ਹਾਂ ਲੈ ਕੇ ਆਇਆ। ਚਲੋ ਆਪਾਂ ਅਮਰਿੰਦਰ ਨਾਲ ਐਗਰੀ ਕਰੀਏ ਨਾ ਕਰੀਏ ਉਹ ਕੋਈ ਜ਼ਰੂਰੀ ਨਹੀਂ ਹੈ। ਪਰ ਟਰੂਡੋ ਦੇ ਪੱਖੀ ਕਹਿ ਰਹੇ ਨੇ ਕਿ ਪੰਜਾਬੀਆਂ ਦੇ ਜਿਹੜੇ ਹੈਗੇ ਲੀਡਰ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ, ਇਸ ਕਰਕੇ ਉਹ ਕਹਿੰਦੇ ਵੀ ਬੋਲਦੇ ਨਹੀਂ ਨੇਜਰ ਵਾਲੇ ਮਾਮਲੇ ਤੇ ਚੁੱਪੀ ਧਾਰ ਲਈ। ਕਿਹਨੇ? ਪੰਜਾਬੀ ਜਿਹੜੇ ਪਾਰਟੀਆਂ ਨੇ ਪੰਜਾਬ ਦੀਆਂ, ਅਕਾਲੀ ਦਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਨਿੱਜਰ ਦਾ ਵੀ ਕਤਲ ਹੋਇਆ ਇਸ ਮਾਮਲੇ ਤੇ ਕਹਿੰਦੇ ਚੁੱਪੀ ਧਾਰ ਲਈ। ਕਿਹਨੇ? ਵੀ ਕੇਂਦਰ ਅੱਗੇ ਗੋਡੀ ਟੇਕ ਤੇ ਇਹਨਾਂ ਪਾਰਟੀਆਂ ਨੇ। ਖਹਿਰੇ ਦਾ ਸਪਸ਼ਟ ਬਿਆਨ ਆਇਆ ਅੱਜ। ਖਹਿਰਾ ਵੀ 4-5 ਦਿਨ ਬਾਅਦ ਕਿਹਦੇ ਅੱਗੇ ਗੋਡੀ? ਸੁਖਪਾਲ ਖਹਿਰਾ ਕਹਿੰਦਾ ਕੇਂਦਰ ਅੱਗੇ ਗੋਡੀ ਟੇਕ ਲੈ। ਕਿਹਨੇ? ਟਰੂਡੋ ਦੇ ਪੱਖ 'ਚ ਬੋਲਣਾ ਚਾਹੀਦਾ। ਕਿਹਨੂੰ? ਅਕਾਲੀ ਦਲ ਨੂੰ, ਆਮ ਆਦਮੀ ਪਾਰਟੀ ਨੂੰ। ਚਲੋ ਇਹ ਲੋਕਲ ਸਿਆਸਤ ਹੈ, ਆਪਾਂ ਇਹਦੇ 'ਚ ਨਾ ਜਾਈਏ। ਆਪਾਂ ਦੇਖੋ ਇੱਕ ਵਿਆਪਕ ਗੱਲ ਕਰ ਰਹੇ ਹਾਂ, ਆਪਾਂ ਇੱਕ ਵੱਡੀ ਗੱਲ ਕਰ ਰਹੇ ਹਾਂ, ਜੋ ਦੋ ਕੰਟਰੀਜ਼ ਦੇ ਰਿਲੇਸ਼ਨਸ ਦੀ ਗੱਲ ਕਰ ਰਹੇ ਹਾਂ। ਦੋ ਕੰਟਰੀਜ਼ ਦੇ ਵਿੱਚ ਜਿਹੜੇ ਆਪਣਾ ਆਦਾਨ ਪ੍ਰਦਾਨ ਹੈ ਵਪਾਰਿਕ, ਉਹਦੀ ਗੱਲ ਕਰ ਰਹੇ ਹਾਂ। ਆਪਾਂ ਦੋ ਕੰਟਰੀਜ਼ ਦੇ ਵਿੱਚ ਜਿਹੜਾ ਇੱਕ ਕਲਚਰਲ ਰਿਲੇਸ਼ਨ ਹੈ ਆਪਣਾ, ਕਿੰਨਾ ਪੰਜਾਬ ਉੱਥੇ ਸੈਲੀਬ੍ਰੇਟ ਹੁੰਦਾ ਹੈ, ਪੰਜਾਬੀ ਇੱਥੇ ਆਉਂਦੇ ਨੇ ਕਿੰਨਾ ਸੈਲੀਬ੍ਰੇਟ ਕਰਦੇ ਨੇ, ਕੈਨੇਡਾ ਨੂੰ। ਮੈਨੂੰ ਨਹੀਂ ਲੱਗਦਾ ਕਿ ਕੈਨੇਡਾ 'ਚ ਵੀ ਕੋਈ ਭਾਈਚਾਰਾ ਟੁੱਟਿਆ ਹੋਵੇ, ਉੱਥੇ ਤੱਕ ਬੱਚੇ ਇਕੱਠੇ ਰਹਿੰਦੇ ਆ। ਭਾਈਚਾਰਾ ਕਿਤੇ ਨਹੀਂ ਟੁੱਟਦਾ, ਇੱਕ ਛੋਟਾ ਜਿਹਾ ਸੈਕਸ਼ਨ ਹੁੰਦਾ ਜਿਹਦੇ ਕਰਕੇ ਚਿੰਗਾਰੀ ਚੱਲਦੀ ਹੈ, ਉਹ ਥੋੜੀ ਦੇਰ ਬਾਅਦ ਸ਼ਾਂਤ ਹੋ ਜਾਂਦੀ ਹੈ, ਪਰ ਉਹ ਚਿੰਗਾਰੀ ਚੱਲ ਰਹੀ ਹੈ। ਇਸ ਕਰਕੇ ਆਪਾਂ ਡਿਸਕਸ ਕਰ ਰਹੇ ਹਾਂ। ਠੀਕ ਹੈ ਭਾਰਦਵਾਜ ਜੀ, ਬਾਕੀ ਕਦੇ ਫਿਰ ਕਰਾਂਗੇ ਕਿਸੇ ਇਸ਼ੂ ਤੇ। ਸੋ ਇਹ ਸਨ ਅਜੇ ਭਾਰਦਵਾਜ ਸੀਨੀਅਰ ਪੱਤਰਕਾਰ, ਜਿਨ੍ਹਾਂ ਨੇ ਕੈਨੇਡਾ ਤੇ ਭਾਰਤ ਦੇ ਸੰਬੰਧਾਂ ਬਾਰੇ ਜੋ ਵਿਵਾਦ ਬਣਿਆ ਹੋਇਆ ਆਪਣਾ ਪੱਖ ਪੇਸ਼ ਕੀਤਾ। ਇਹ ਵੀ ਕਹਿਣਾ ਇਹਨਾਂ ਦਾ ਕਿ ਜੋ ਟਰੂਡੋ ਨੇ, ਜਸਟਿਨ ਟਰੂਡੋ ਕੈਨੇਡਾ ਦੇ PM, ਉਹਨਾਂ ਦਾ ਜਿਹੜਾ ਕੱਦ ਹੈ ਉਹ ਥੋੜ੍ਹਾ ਡਾਊਨ ਹੋਇਆ। ਉਹਨਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਭਾਰਤ ਖਿਲਾਫ ਕਰਕੇ ਚੰਗਾ ਨਹੀਂ ਕੀਤਾ, ਕਿਉਂਕਿ ਭਾਰਤ ਅਤੇ ਕੈਨੇਡਾ ਦੇ ਸੰਬੰਧ ਬਹੁਤ ਵਧੀਆ ਚੱਲ ਰਹੇ ਸੀ। ਸੋ ਫਿਲਹਾਲ ਦਿਓ ਆਗਿਆ।